ਸਾਡੇ ਨਾਲ ਗਵਰਨਮੈਂਟ ਹਮਦ ਅਲੀ ਮੈਮੋਰੀਅਲ ਹਾਈ ਸਕੂਲ ਦੇ ਸੀਨੀਅਰ ਹੈਡਮਾਸਟਰ ਜਨਾਬ ਤਾਰਿਕ ਮਹਿਮੂਦ ਸਾਹਿਬ ਮੌਜੂਦ ਨੇ। ਅੱਜ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ, ਉਹਨਾਂ ਦੇ ਰਾਈਟ ਹੈਂਡ ਔਰ ਉਹਨਾਂ ਦੇ ਬੜੇ ਹੀ ਕਰੀਬੀ ਦੋਸਤ ਵੀ ਔਰ ਜਿਹੜੇ ਨੇ ਸੀਨੀਅਰ ਟੀਚਰ ਜਿਹੜੇ ਨੇ ਰਿਟਾਇਰ ਹੋਏ ਨੇ ਨੋਏਲ ਨਵਾਜ਼ ਸਾਹਿਬ। ਤੇ ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਕਿ ਅੱਜ ਉਹਨਾਂ ਦੇ ਕੀ ਜਜ਼ਬਾਤ ਨੇ। ਸਰ ਅਸਲਾਮ ਅਲੈਕਮ। वालेकुम अस्सलाम सियालवी साहब। बिस्मिल्लाहिर्रहमानिर्रहीम। जितों तक नोएल साहब का तल्लक है, नोएल साहब एक मुकम्मल दरसगाह सन, एक मुकम्मल टीचर सन और एक मुकम्मल लीडर सन। एक लीडर ਜਿਹੜਾ ਹੈ ਉਹਦੀ ਸਭ ਤੋਂ ਵੱਡੀ ਖੂਬੀ ਹੁੰਦੀ ਹੈ ਕਿ ਉਹ ਆਪਣੀ ਜ਼ਾਤ ਤੋਂ ਬਾਹਰ ਨਿਕਲ ਕੇ ਸੋਚਦਾ ਹੈ। ਉਹਦੀ ਸੋਚ ਆਪਣੀ ਜ਼ਾਤ ਔਰ ਆਪਣੇ ਮਫਾਦਾਤ ਦੇ ਗਿਰਦ ਨਹੀਂ ਘੁੰਮਦੀ। ਨੋਏਲ ਸਾਹਿਬ ਨੇ ਹਮੇਸ਼ਾ ਸਕੂਲ ਨੂੰ ਸਰਵ ਕੀਤਾ। ਮੈਂ ਛੁੱਟੀਆਂ ਦੇ ਵਿੱਚ, ਹਾਲਾਂ ਉਹਨਾਂ ਦੀ ਡਿਊਟੀ ਨਹੀਂ ਸੀ ਸਕੂਲ ਆਉਣ ਦੀ, ਜਦੋਂ ਵੀ ਉਹਨਾਂ ਨੂੰ ਕਾਲ ਕੀਤਾ ਉਹ ਸਕੂਲ ਤਸ਼ਰੀਫ ਲਿਆਏ, ਸਕੂਲ ਦੇ ਮਾਮਲਾਤ ਨੂੰ ਦੇਖਿਆ ਔਰ ਜਦੋਂ ਫੋਨ ਕੀਤਾ ਉਦੋਂ ਹੀ ਤਸ਼ਰੀਫ ਲਿਆਏ। ਅਗਰ ਮੈਂ ਛੁੱਟੀਆਂ ਦੇ ਵਿੱਚ 90 ਦਿਨ ਦੀਆਂ ਛੁੱਟੀਆਂ ਦੇ ਵਿੱਚ 80 ਦਿਨ ਆਇਆ ਤੇ 60 ਦਿਨ ਨੋਏਲ ਸਾਹਿਬ ਹੀ ਤਸ਼ਰੀਫ ਲਿਆਏ ਨੇ। ਔਰ ਮੈਂ ਸਮਝਣਾ ਕਿ ਇਹ ਉਹਨਾਂ ਦੀ ਸਕੂਲ ਨਾਲ ਮੁਹੱਬਤ ਹੈ। ਫਿਰ ਉਸ ਤੋਂ ਬਾਅਦ ਉਹਨਾਂ 'ਚ ਪੋਜ਼ੀਟਿਵਿਟੀ ਕੁੱਟ ਕੇ ਭਰੀ ਸੀ। ਮੁਖਤਲਿਫ ਅਮੂਰ ਦੇ ਵਿੱਚ ਜਦੋਂ ਵੀ ਕੋਈ ਮਸਾਇਲ ਹੋਣੇ ਨੇ ਉਹਨਾਂ ਨੇ ਉਹਦਾ ਪੋਜ਼ੀਟਿਵ ਹੱਲ ਕੱਢਣਾ ਹੈ ਔਰ ਸਕੂਲ ਨੂੰ ਉਹਨਾਂ ਨੇ ਅਗਾਂਹ ਵਧਾਇਆ, ਪਿੱਛੇ ਨੂੰ ਨਾਲ ਨਹੀਂ ਖਿੱਚਿਆ। ਇਸ ਤੋਂ ਇਲਾਵਾ ਨੋਏਲ ਸਾਹਿਬ ਦੀ ਇੱਕ ਬਹੁਤ ਵੱਡੀ ਖੂਬੀ ਸੀ, ਉਹਨਾਂ ਦਾ ਮੇਰੇ ਨਾਲ ਮਾਲੀ ਤਾਵਨ ਸੀ। ਮੁਖਤਲਿਫ ਅਮੂਰ 'ਤੇ ਜਦੋਂ ਵਸਾਇਲ ਦੀ ਜ਼ਰੂਰਤ ਹੁੰਦੀ ਤੇ ਨੋਏਲ ਸਾਹਿਬ ਸਭ ਤੋਂ ਪਹਿਲੇ ਆਪਣੀ ਜੇਬ ਦੇ ਵਿੱਚੋਂ ਜਿੰਨੇ ਵੀ ਵਸਾਇਲ ਖਰਚ ਕਰ ਸਕਦੇ ਸਨ ਉਹ ਖਰਚ ਕਰਦੇ। ਮੈਨੂੰ ਯਾਦ ਹੈ ਕਿ ਇੱਕ ਦਫਾ ਅਸੀਂ ਸਕੂਲ ਦੇ ਵਾਈਟ ਬੋਰਡ ਲੈਣ ਗਏ, ਉਸ ਤਕਰੀਬਨ 60,000 ਦਾ ਖਰਚਾ ਸੀ। ਸਕੂਲ ਦੇ ਕੋਲ ਸਿਰਫ 10,000 ਸੀ। ਨੋਏਲ ਸਾਹਿਬ ਦੀ ਕਮੇਟੀ ਨਿਕਲੀ 60,000 ਦੀ, ਉਹਨਾਂ ਨੇ ਉਹ ਪੈਸੇ ਸਾਰੇ ਮੈਨੂੰ ਦੇ ਦਿੱਤੇ। ਸਰ ਅਸੀਂ ਇਹ ਵਾਈਟ ਬੋਰਡ ਪੁਰਾਣੇ ਮਿਲ ਰਹੇ ਨੇ ਸਸਤੇ, ਇਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਖਰੀਦਣਾ ਛੱਡਣਾ ਨਹੀਂ। ਇਸੇ ਤਰ੍ਹਾਂ ਹੀ ਮੁਖਤਲਿਫ ਅਮੂਰ 'ਤੇ ਉਹਨਾਂ ਦੇ ਜਿਹੜਾ ਸਕੂਲ ਵਾਸਤੇ ਕੁਰਬਾਨੀਆਂ ਨੇ, ਮਾਲੀ, ਵਕਤ ਦੀਆਂ ਔਰ ਆਪਣੀ ਫਹਿਮੋ ਫਰਾਸਤ ਦੀਆਂ, ਉਹਨਾਂ ਨੂੰ ਅਸੀਂ ਨਹੀਂ ਭੁਲਾ ਸਕਦੇ। ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਟੀਚਰ ਜਿਹੜੇ ਨੇ, ਇਹੋ ਜਿਹੇ ਆਪਣਾ ਅਫਰਾਦ ਉਹ ਬਹੁਤ ਘੱਟ ਪੈਦਾ ਹੁੰਦੇ ਨੇ। ਅੱਛਾ ਸਰ, ਇਹ ਦੱਸੋ ਕਿ ਉਹ ਕ੍ਰਿਸਚੀਅਨ ਬਰਾਦਰੀ ਨਾਲ ਉਹਨਾਂ ਦਾ ਤਾਲੁਕ ਸੀ ਤੇ ਤੁਸੀਂ ਮਜ਼ਹਬ ਦੇ ਹਵਾਲੇ ਨਾਲ ਉਹਨਾਂ ਨੂੰ ਕੈਸਾ ਪਾਇਆ? ਨੋਏਲ ਸਾਹਿਬ ਮਜ਼ਹਬ ਫਿਰਕਾ ਵਾਰੀਅਤ ਤੋਂ ਹਟ ਕੇ ਉੱਤੇ ਉੱਠ ਕੇ ਵੇਖਣ ਵਾਲੇ ਇਨਸਾਨ ਸਨ। ਉਹਨਾਂ ਕਦੀ ਵੀ ਫਿਰਕਾ ਵਾਰੀਅਤ ਦੀ ਗੱਲ ਨਹੀਂ ਕੀਤੀ, ਮਸਲਕ ਦੀ ਗੱਲ ਨਹੀਂ ਕੀਤੀ, ਆਪਣੇ ਮਜ਼ਹਬ ਉਹਦੀ ਗੱਲ ਨਹੀਂ ਕੀਤੀ। ਉਹਨਾਂ ਹਮੇਸ਼ਾ ਮੁਸਲਮਾਨਾਂ ਦੇ ਨਾਲ ਮਿਲ ਕੇ ਮੁਸਲਮਾਨਾਂ ਦੇ ਅਕਾਇਦ ਦਾ ਇਹਤਰਾਮ ਕੀਤਾ ਰਹੇ, ਮੁਸਲਮਾਨਾਂ ਦੇ ਜਜ਼ਬਾਤ ਨੂੰ ਮਜਰੂਹ ਨਹੀਂ ਕੀਤਾ। ਉਹਨਾਂ ਹਮੇਸ਼ਾ ਮੁਸਲਮਾਨਾਂ ਦੇ ਜਜ਼ਬਾਤ ਦੇ ਨਾਲ ਹੀ ਆਪਣੇ ਜਜ਼ਬਾਤ ਨੂੰ ਸ਼ਾਮਲ ਕਰ ਲਿਆ ਔਰ ਮੁਖਤਲਿਫ ਮੌਕਿਆਂ ਦੇ ਉੱਤੇ ਸਾਡੇ ਉਸਾਤਜ਼ਾ ਨੇ ਵੀ ਉਹਨਾਂ ਦਾ ਸਾਥ ਦਿੱਤਾ। ਅਗਰ ਕ੍ਰਿਸਮਸ ਹੈ ਤੇ ਅਸੀਂ ਨੋਏਲ ਸਾਹਿਬ ਦੇ ਨਾਲ ਖੁਸ਼ੀਆਂ ਵੰਡ ਰਹੇ ਹਾਂ। ਅਗਰ ਈਦ ਹੈ ਜਾਂ ਈਦ ਮਿਲਾਦ ਨਬੀ ਹੈ ਸੱਲੱਲਾਹੁ ਅਲੈਹਿ ਵਸੱਲਮ, ਤੇ ਨੋਏਲ ਸਾਹਿਬ ਸਾਡੇ ਨਾਲ ਈਦ ਮਿਲਾਦ ਨਬੀ ਮਨਾ ਰਹੇ ਨੇ। ਔਰ ਕਦੀ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਨੋਏਲ ਸਾਹਿਬ ਕਿਹੜੇ ਮਜ਼ਹਬ ਫਿਰਕੇ ਨਾਲ ਤਾਲੁਕ ਰੱਖਦੇ ਨੇ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਜਿਹੜਾ ਨਾ ਹੁਣ ਇੱਕ ਉਹਨਾਂ ਦੇ ਜਾਣ ਦੇ ਨਾਲ ਜ਼ਾਹਰ ਹੈ ਇੱਕ ਬਹੁਤ ਜਹਾਨਦੀਦਾ ਬੰਦੇ ਗਏ ਨੇ। ਔਰ ਇੱਕ ਮੈਂ ਸਰ ਹੋਰ ਗੱਲ ਕਰਨਾ ਚਾਹਾਂਗਾ ਕਿ ਬੜਾ ਯੂਨੀਕ ਜਿਹੀ ਚੀਜ਼ ਹੈ ਕਿ ਉਹਨਾਂ 36 ਸਾਲ ਸਵਾ 36 ਸਾਲ ਇੱਕ ਹੀ ਅਦਾਰੇ 'ਚ ਗੁਜ਼ਾਰੇ ਨੇ। ਇਹ ਬੜਾ ਰੇਅਰ ਕੇਸ ਹੈ, ਇਹਦੇ ਬਾਰੇ ਕੀ ਕਹੋਗੇ? ਜੀ ਇਹਦੇ ਬਾਰੇ 'ਚ ਇਸ ਤਰ੍ਹਾਂ ਹੈ ਕਿ ਉਹਨਾਂ ਦੀਆਂ ਸਵਾ 36 ਸਾਲ ਦੀਆਂ ਖਿਦਮਾਤ ਨੇ, ਉਹ ਬੇਸਿਕਲੀ ਇੰਨੀਆਂ ਵੱਡੀਆਂ ਔਰ ਏਡੀਆਂ ਕੁ ਅਰਸੇ ਤੋਂ ਮੁਹੀਤ ਨੇ ਕਿ ਉਹਨਾਂ ਦਾ ਨੇਮਲ ਬਦਲ ਤੇ ਪੈਦਾ ਨਹੀਂ ਹੋ ਸकेगा ਅਜੇ ਫਿਲਹਾਲ ਨਜ਼ਰ ਆਉਂਦਾ। ਲੇਕਿਨ ਅਸੀਂ ਆਪਣੇ ਨੌਜਵਾਨ ਨਸਲ ਨੂੰ, ਆਪਣੇ ਨਵੇਂ ਉਸਤਾਜ਼ਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਨਾਲ ਉਹਨਾਂ ਨਾਲ ਵਰਕ ਕੀਤਾ ਹੈ। ਅਸੀਂ ਉਹਨਾਂ ਨੂੰ, ਉਹਨਾਂ ਦੇ ਨੋਏਲ ਸਾਹਿਬ ਨੂੰ ਐ ਸੋਰਸ ਆਫ ਇਨਸਪਾਇਰੇਸ਼ਨ ਯੂਜ਼ ਕਰਾਂਗੇ ਔਰ ਇਨਸ਼ਾਅੱਲਾ ਫਿਊਚਰ ਦੇ ਵਿੱਚ ਬਹੁਤ ਸਾਰੇ ਨੋਏਲ ਨਵਾਜ਼, ਬਹੁਤ ਸਾਰੇ ਅੱਛੇ ਉਸਤਾਜ਼ਾ ਪੈਦਾ ਹੋਣਗੇ। ਸਰ ਬਹੁਤ ਸ਼ੁਕਰੀਆ ਤੁਹਾਡੇ ਵਕਤ ਦੇਣ ਦਾ ਔਰ ਅੱਲਾਹ ਤਾਲਾ ਸਾਡੇ ਇਸ ਅਦਾਰੇ ਨੂੰ ਤੁਸੀਂ ਇਹਨੂੰ ਲੈ ਕੇ ਚੱਲ ਰਹੇ ਹੋ। ਮੈਂ ਇਸ ਚੀਜ਼ ਦਾ ਗਵਾਹ ਹਾਂ ਕਿ ਤੁਸੀਂ ਵਕਤ ਵੀ ਦੇ ਰਹੇ ਹੋ, ਜੇਬ 'ਚੋਂ ਪੈਸਾ ਵੀ ਲਗਾ ਰਹੇ ਹੋ ਔਰ ਇਹ ਜਗ੍ਹਾ ਬੜੀ ਆਜ਼ਾਦ ਬਿਆਬਾਨ ਸੀ। ਤੁਸੀਂ ਜਦੋਂ ਕਦਮ ਪਾਇਆ ਤੇ ਇਹ ਮਾਸ਼ਾਅੱਲਾ ਗੁਲੋ ਗੁਲਜ਼ਾਰ ਇਹ ਜਗ੍ਹਾ ਹੋ ਗਈ। ਅਸੀਂ ਜਿਹੜਾ ਨਾ ਬੜਾ ਤਰਸਦੇ ਰਹੇ ਹਾਂ ਕਿ ਇੱਥੇ ਜਗ੍ਹਾ ਸਾਨੂੰ ਮਿਲੇ, ਸਾਨੂੰ ਕੋਈ ਬਹਿਣ ਖਲੋਣ ਦੀ ਜਗ੍ਹਾ ਮਿਲੇ।
ਇਹ ਇੱਕ ਛੱਪੜ ਜਿਹਾ ਹੀ ਹੁੰਦਾ ਸੀ, ਲੇਕਿਨ ਤੁਹਾਡੇ ਆਉਣ ਦੇ ਨਾਲ ਤੇ ਬਹਾਰਾਂ ਲੱਗ ਰਹੀਆਂ ਨੇ। ਮੈਂ ਬੜਾ ਖੁਸ਼ ਹਾਂ ਔਰ ਦੁਆ ਗੋ ਹਾਂ ਕਿ ਸਾਡਾ ਸਕੂਲ ਜਿਹੜਾ ਨਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਬਹੁਤ ਸ਼ੁਕਰੀਆ ਜੀ ਸਿਆਲਵੀ ਸਾਹਿਬ, ਤੁਹਾਡੀ ਤਸ਼ਰੀਫ ਆਵਰੀ ਦਾ, ਤੁਹਾਡਾ ਸਾਨੂੰ ਯਾਦ ਰੱਖਣ ਦਾ ਔਰ ਪ੍ਰਮੋਟ ਕਰਨ ਦਾ ਬਹੁਤ ਸ਼ੁਕਰੀਆ ਜੀ, ਥੈਂਕ ਨਾਜ਼ਰੀਨ, ਸਾਡੇ ਨਾਲ ਇੱਕ ਬਹੁਤ ਹੀ ਪਿਆਰੇ ਔਰ ਬਹੁਤ ਹੀ ਇਲਮ ਵਾਲੇ ਸ਼ਖਸ ਮੌਜੂਦ ਨੇ, ਜਿਨ੍ਹਾਂ ਪ੍ਰਾਇਮਰੀ ਸਕੂਲ ਦੇ ਟੀਚਰ ਦੀ ਹੈਸੀਅਤ ਨਾਲ ਜਿਹੜਾ ਨਾ ਆਪਣੇ ਕੈਰੀਅਰ ਦਾ ਆਗਾਜ਼ ਕੀਤਾ ਔਰ ਮਾਸ਼ਾਅੱਲਾ ਉਹਨਾਂ ਦੀ PhD ਜਿਹੜੀ ਹੈ ਨਾ ਇਕਬਾਲੀਅਤ 'ਚ ਉਹ ਆਖਰੀ ਫੇਜ਼ਿਸ ਦੇ ਵਿੱਚ ਹੈ। ਮੇਰੇ ਵੀ ਕੁਲੀਗ ਰਹੇ ਨੇ, ਮੇਰੇ ਬੜੇ ਪਿਆਰ ਵਾਲੇ ਨੇ ਔਰ ਨਵੇਲ ਸਾਹਿਬ ਦੇ ਨਾਲ ਉਹਨਾਂ ਬੜਾ ਅੱਛਾ ਵਕਤ ਗੁਜ਼ਰਿਆ ਹੈ ਔਰ ਅਸੀਂ ਅੱਜ ਨਵੇਲ ਸਾਹਿਬ ਦੇ ਸਪੈਸ਼ਲ ਦਿਨ ਦੇ ਹਵਾਲੇ ਨਾਲ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ। ਅਸਲਾਮ ਅਲੈਕੁਮ ਅਬਾਦ ਸਾਹਿਬ। ਵਾਲੇਕੁਮ ਅਸਲਾਮ। ਪਹਿਲਾਂ ਸਾਨੂੰ ਇਹ ਦੱਸੋ, ਆਪਣੀ ਤੁਹਾਡੀਆਂ ਕੋਈ ਡਿਗਰੀਆਂ ਮਾਸ਼ਾਅੱਲਾ ਤੁਸੀਂ ਵੇਖੋ ਪ੍ਰਾਇਮਰੀ ਸਕੂਲ ਤੋਂ ਹੁਣ ਤੁਹਾਡੀ ਸੁਣਿਆ ਲੈਕਚਰਰ ਦੇ ਤੌਰ ਤੇ ਵੀ ਜਿਹੜੇ ਨਾ ਭਰਤੀ ਹੋ ਗਈ ਹੈ, ਇਹਦੇ ਬਾਰੇ ਤਾਂ ਕੋਈ ਥੋੜਾ ਦੱਸੋ। जी सर, मैंने वाकई MA उर्दू भी की है, MA पर्शियन भी की है, लेकिन अब सियालवी साहब के ये जो है हुक्म पे उन्होंने कहा कि पंजाबी में, लेकिन अब मैं पंजाबी बोलते बोलते उर्दू की तरफ चले जाते हैं। एजुकेशन में भी मास्टर किया है, फिर MPhil है, तो मैं कोशिश करूँगा कि ज़्यादा से ज़्यादा मैं पंजाबी के लफ्ज़ बोलूँ जो कि मैं हाँ जी आप सवाल करें सर। ਹਾਂਜੀ, ਤੇ ਸਾਨੂੰ ਇਹ ਦੱਸੋ ਕਿ ਆਮ ਤੌਰ ਤੇ ਬੰਦੇ ਉਹ ਜਿੱਥੇ ਹੁੰਦੇ ਨੇ ਉੱਥੇ ਹੀ ਰੁਕ ਜਾਂਦੇ ਨੇ। ਤੁਸੀਂ ਜਿਹੜਾ ਨਾ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਤੁਸੀਂ ਪ੍ਰਾਇਮਰੀ ਸਕੂਲ ਤੋਂ ਸਟਾਰਟ ਲੈ ਕੇ ਤੇ ਹੁਣ ਤੁਸੀਂ ਲੈਕਚਰਰ ਭਰਤੀ ਹੋ ਗਏ ਹੋ ਔਰ ਐਜੂਕੇਸ਼ਨ ਵੀ ਜਿਹੜੀ ਨਾ ਤੁਸੀਂ PhD ਤੁਹਾਡੀ ਨੇੜੇ ਲੱਗ ਗਈ ਹੈ। ਇਹ ਜਿਹੜਾ ਨਾ ਇਹ ਕੀ ਜਜ਼ਬਾ ਸੀ? जी अल्लाह का बड़ा करम है कि मैनू अल्लाह ने ऐसे दोस्त दिते, ऐसे कोलीग्स दिते जिन्हां दी इंस्पायरेशन, जिन्हां दा जज्बा, जिन्हां दी मोटिवेशन ने मैनू एक जगह रहन नहीं दिता। मैं प्राइमरी तो स्टार्ट लिया, मिडल च गया, मिडल तो हाई च आया, तो हुण अल्लाह दे फजलो करम नाल हायर एजुकेशन डिपार्टमेंट च मेरी तकर्री हो गई है। तो ये सारा मेरे अच्छे दोस्तों की, उन्हां दी इंस्पायरेशन, उन्हां दी मुहब्बत तो उन्हां दी मोटिवेशन का ये सारा सिला है। ਨਹੀਂ, ਇਹਦੇ ਵਿੱਚ ਤੁਹਾਡਾ ਵੀ ਕੰਟਰੀਬਿਊਸ਼ਨ ਹੈ, ਕਿਉਂਕਿ ਅਸੀਂ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਸਾਂ, ਮੈਂ ਤੇ ਇੱਕ ਜੁਮਲਾ ਛੱਡਦਾ ਹੁੰਦਾ ਹਾਂ, ਲੇਕਿਨ ਉਸ ਤੋਂ ਬਾਅਦ ਤੁਸੀਂ ਫਿਰ ਜਿਹੜਾ ਨਾ ਐਂ ਜੁੱਟ ਜਾਂਦੇ ਹੁੰਦੇ ਸੋ ਕੰਮ ਨੂੰ। ਤੇ PhD ਵੀ ਮਾਸ਼ਾਅੱਲਾ ਤੁਹਾਡੀ ਨੇੜੇ ਲੱਗ ਗਈ, ਉਹਦੇ ਬਾਰੇ ਵੀ ਕੁਝ ਦੱਸੋ। जी वाकई सियालवी साहब ठीक कह रहे हैं आप कि पहले मैं बहुत लापरवाह भी था, आप भी मुझे कहते रहते थे यार कुछ करें, आप कहाँ बैठे हुए हैं। तो दोस्तों ने भी मुझे, ये भी एक मोटिवेशन थी, एक तहरीक थी अपनों की, दोस्तों की, कि उन्होंने मुझे इंस्पायर किया। और सबसे ज़्यादा बात यह है कि मेरे घर में एक पढ़ा लिखा माहौल है, मेरे भाई हैं बड़े, वो माशाल्लाह PhD एजुकेशन कर रहे हैं, छोटे भाई शहजाद साहब हैं MSc फिज़िक्स किया, आजकल वो भी PhD एजुकेशन के हैं। तो ये सारी चीज़ें मुझे घर में इंस्पायरेशन मिली। तो एक बात ये थी कि जब मैं इन्हें देखता था, मैं इसी स्टेज पे ही होता, प्राइमरी में ही होता, जब मैं इन्हें देखता था ना कि दे कैन अचीव, तो वाई आई एम नॉट, मैं क्यों नहीं कर सकता। आई विल डू इट, आई विल एंड आई कैन डू इट, मैं कर सकता हूँ और करूँगा। और अल्लाह का शुक्र है कि मैंने MPhil किया, PhD किया, और PhD में दाखिला लेने के लिए सर कम से कम 200 कैंडिडेट था जिनका इंटरव्यू हुआ, टेस्ट हुआ। तो अल्लाह का फजलो करम है कि हम 5 लोग सेलेक्ट हुए जो HEC ने किए। तो आज हम 2 लोग हैं पूरे पाकिस्तान में जो PhD कर रहे हैं, यानी इकबालियात में। डिपार्टमेंट खाली है, लोग नहीं हैं, क्योंकि ये एक ऐसा सब्जेक्ट है सियालवी साहब जिसके लिए हमें 4-5 MA चाहिए। क्यों? इकबाल का जो जितना कलाम है वो पर्शियन में है 65%, उर्दू में है, इंग्लिश में है। उनकी रिकन्स्ट्रक्शन ऑफ इस्लामिक थाट जो बुक है वो टोटली इंग्लिश में है, और उसको समझने के लिए MA इंग्लिश का होना नागज़ीर है, बल्कि वो भी कासर है उसको समझने के लिए। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜਾ ਨਾ ਤੁਸੀਂ ਫਿਰ ਉਰਦੂ ਬੋਲਣ ਲੱਗ ਪਏ ਤੋਂ ਤੁਹਾਡੀ ਮਿਹਰਬਾਨੀ, ਮੇਰੇ ਨਾਲ ਪੰਜਾਬੀ ਬੋਲੋ। ਪੰਜਾਬੀ ਪੁਆਇੰਟ ਮੁਤਾਬਕ ਸਿਆਲਵੀ ਨਾਲ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਸ ਚੈਨਲ ਤੋਂ। ਅੱਛਾ, ਮੈਨੂੰ ਇਹ ਦੱਸੋ ਕਿ ਨਵੇਲ ਸਾਹਿਬ ਦੇ ਬਾਰੇ ਤੁਸੀਂ ਕੀ ਕਹੋਗੇ? ਉਹ ਤੁਸੀਂ ਉਹਨਾਂ ਦੇ ਕੁਲੀਗ ਰਹੇ ਹੋ ਔਰ ਬਲਕਿ ਐਡਮਿਨਿਸਟ੍ਰੇਟਿਵ ਜਿਹੜੀਆਂ ਡਿਊਟੀਆਂ ਹੁੰਦੀਆਂ ਸਨ ਉਹ ਤਾਰਕ ਸਾਹਿਬ ਜਿਹੜੇ ਸਾਡੇ ਸੀਨੀਅਰ ਹੈਡ ਮਾਸਟਰ ਨੇ ਉਹ ਜ਼ਿਆਦਾਤਰ ਤੁਹਾਨੂੰ ਹੀ ਦੋਵਾਂ ਨੂੰ ਸੌਂਪਦੇ ਹੁੰਦੇ ਸਨ, ਤੇ ਤੁਸੀਂ ਉਹਨਾਂ ਨੂੰ ਕੈਸਾ ਪਾਇਆ ਐਜ਼ ਅ ਟੀਚਰ ਐਂਡ ਐਜ਼ ਅ ਐਡਮਿਨਿਸਟ੍ਰੇਟਿਵ? जी पहली बात तो ये पहली गल ये है भी नोएल साहब जेडे ने वो भी बड़े पॉजिटिव माइंडेड सन। ये हमारा घर है, ठीक है, स्कूल है, हम यहाँ से रोज़ी कमाते हैं, लेकिन सर सबसे पहले जो है हम यहाँ से रिज़्क़ कमाते हैं, इसकी खैर खाई जो है ये हमारा अवलीन फ़र्ज़ होना चाहिए। फिर मैं सर उर्दू की तरफ चला जाता हूँ। असल में ना मैं हंसों में हूँ, ना कवों में, ना वाइटों में, पूरी ना कौम ही ऐसे है। चलो मैं ਤੁਹਾਨੂੰ कहना ਕਹਿੰਦਾ तेरा में सर, तो वो मेरी जो है ना ये मिक्स होकर ज़बान ਸਾਰੀ ਕੌਮ ਦਾ ਇਹ ਹਾਲ ਹੈ। ਅਸੀਂ ਹੁਣ ਪੰਜਾਬੀ ਜਿਹੜੀ ਹੈ ਨਾ ਇਹਦੇ ਫਰੋਗ ਵਾਸਤੇ ਅਸੀਂ ਕੰਮ ਕਰ ਰਹੇ ਹਾਂ, ਤੇ ਤੁਸੀਂ ਜਿਹੜਾ ਨਾ ਪੰਜਾਬੀ ਬੋਲੋ, ਨਹੀਂ ਤਾਂ ਮੈਂ ਪਿੱਛੋਂ ਕਹਿਣਾ ਓਏ ਕੱਢੋ ਮੇਰੀ ਤਲਵਾਰ ਜ਼ਰਾ। तो सर तारक साहब जो है हम पे पूरा ट्रस्ट, साढ़े से पूरा ट्रस्ट करते सन, इतमाद करते सन, और हम उन्हें बड़े भाई का दर्जा, और एक्चुअली
वो बड़े ही नाबगा रोज़गार शख्सियत हैं, मिलनसार हैं। वो हमारे लिए एक आप समझ लें प्रोटेक्शन शील्ड है। हर जगह उन्होंने हमें प्रोटेक्ट किया है। जब वो स्कूल में होते हैं हम सिक्योर होते हैं। बेशक कहीं किसी काम के लिए भी चले जाएं, पीछे तारिक साहब मौजूद हैं तो वी आर हेयर। और उनकी जो शख्सियत है वो बियॉन्ड आपसे सस्पिशन है, यानी किसी शक से बाला है। बड़े मुखलस इखलास वाले। हम खुशकिस्मत हैं कि अल्लाह ने हमें ऐसे रईस मदरसा दिए। ਅੱਛਾ ਨਵੇਲ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੋਗੇ ਐਜ਼ ਅ ਟੀਚਰ ਜਿਹੜਾ ਨਾ ਔਰ ਐਜ਼ ਅ ਕਲੀਗ? ਪਹਿਲੇ ਵੀ ਮੈਂ ਦੱਸਿਆ ਵੀ ਉਹ ਟੀਚਰ ਵੀ ਸਨ ਤੇ ਪ੍ਰੀਚਰ ਵੀ ਸਨ। ਠੀਕ ਹੈ, ਉਹਨਾਂ ਦਾ ਰਿਸ਼ਤਾ ਸਾਡੇ ਨਾਲ ਇਨਸਾਨ ਦੋਸਤੀ ਦਾ ਰਿਸ਼ਤਾ ਸੀ, ਇਨਸਾਨੀਅਤ ਦਾ ਰਿਸ਼ਤਾ ਸੀ। ਉਹਨਾਂ ਨੇ ਕਦੀ ਵੀ ਇਹ ਨਹੀਂ ਸੀ ਸਮਝਿਆ। ਫਿਰ ਦੂਸਰੀ ਗੱਲ ਇਹ ਹੈ ਸਰ प्रेजुडिस, कीना, बुग़्ज़, नफ़रत उनके करीब से नहीं गुजरा था। इंसान दोस्त थे, मोहब्बतें बांटते थे, मोहब्बतें लेते थे। आज उसका एक मैंने बताया ना टोकन ऑफ लव है कि सारे दोस्त जो कि एक मुस्लिम कम्युनिटी से तल्लक़ रखते हैं वो अप्रिशिएट कर रहे हैं, उनको एक्नॉलेज कर रहे हैं, उनकी खिदमत को सराह रहे हैं। तो मेरा ख्याल है ये उनके लिए उन्हें वास्ते बड़ी एक आनर दी गल है। ਬਹੁਤ ਸ਼ੁਕਰੀਆ ਜਨਾਬ ਪ੍ਰੋਫੈਸਰ ਸਾਹਿਬ ਤੋਂ ਮੇਰੇ ਨਾਲ 100 जुमला बोल के ਵਿੱਚ 3 जुमले पंजाबी ਦੇ ਬੋਲੇ ਮੈਂ ਤੁਹਾਡਾ ਬੜਾ ਹੀ ਮਸ਼ਹੂਰ ਹਾਂ। जी जी, ये आपकी मोहब्बत है सर, आपकी मोहब्बतों का सीयत जनाब। बहुत शुक्रिया। थैंक यू ਤੇ ਕੋਈ ਫਾਰਸੀ ਦਾ ਸ਼ੇਰ ही सुटो जरा। सर। फ़ारसी को तो मुझे मैंने जब इंटरव्यू दिया ना फ़ारसी का तो उन्होंने कहा कि कोई फ़ारसी का शेर सुनाए। मैंने कहा कोई के कई एक। तो उन्होंने जो खातून थी जो इंटरव्यू लेने वाली वो कहने लगी कई एक, वो मेज़ पे हाथ से मार के कहने लगी लो ठीक है फिर कई एक ही होंगे। तो अल्हम्दुलिल्लाह मैंने एक नशिस्त में वहाँ 30 शेर पढ़े थे। ਤੁਸੀਂ ਹੁਣ ਇੱਕ ਦੋ ਸੁਟੋ शेर जो मुझे नबी पाक सल्लल्लाहु अलैहि वसल्लम की अकीदत और मोहब्बत और मुद्दत पे उकसाता है वो ये है, हुस्न यूसुफ, दम ईसा, यदे बैज़ादारी, आँच खूबा हमादारन तू तन्हादारी। इसी तरह मुशर्रफुद्दीन शरफ का शेर है नमाज के बारे में है, रोज़ महशर के जान गुदास बवद अव्वली पुरसिश नमाज बवद। तो इसी तरह ਮੈਨੂੰ ਵੀ ਇੱਕ ਹੁੰਦਾ ਏ ਵਿਆਹ ਜਾਣਾ ਤਮਾਸ਼ਾ ਕੁਨ ਕੇ ਦਰਮ ਬੋਹ ਜਾਂਬਾਜ਼ਾਂ ਕਿ ਸਦ ਸਾਮਾਨ ਰਸਵਾਈ सरे बाजार मी रकसम मी रकसम मी रकसम। मैं सियाली साहब आपको अपना क्लास फेलो समझता हूँ। तो सर एक शेर बहुत प्यारा जो है, फ़ारसी जो है ना बड़ी शीरी ज़बान है सर। इसमें दर जवानी तोबा गर्दन शेवाए पैगम्बरी वक्त पीरी गुरग ज़ालम मीशवाद परहेज़गार। तो इस तरह सर ये अदब से भरी हुई है शेरीन मुझे ज़िंदगी गुजारने की। ਅੱਛਾ ਚਲੋ ਹੁਣ ਤੂੰ ਪੰਜਾਬੀ ਦਾ ਵੀ ਕੋਈ ਸੁਟੋ। ਹਾਂ हाँ जी, मैं सर वो एक शेर वारिस शाह का सुनाऊँगा। चूँकि मैंने जब कहा है कि मैंने एम ए पंजाबी किया है तो शेर बड़ा मज़ेदार है जो हमारे सोशल जो सिनेरियो जितना भी है उसको रिफ्लेक्ट करता है। उसमें जब चूचक की और वो उनकी मुलाकात होती है हीर की रांझे के साथ, तो वो कहता है जी मैं आपकी मज्जे चराऊँगा, आपके घर आऊँगा, ये है मुझे अपना वो रख लें रखा या रहेल जो है वो। तो उसने कहा चूचक आख्या जा मना कामा रख लें। चूचक आख्या जा मना इस तो कुछ देर से मज्जी चरा लीए, साड़ी धी का कुछ नहीं ला लेंदा, सब टहल टगोर करा लीए। ਵਾਹ ਜੀ ਵਾਹ, ਵਾਹ ਜੀ ਵਾਹ। ਮੈਨੂੰ ਵੈਸੇ ਜਿਹੜਾ ਨਾ ਇਹਦੀ ਹੁਣ ਸਮਝ ਬਹੁਤ ਜ਼ਿਆਦਾ ਆਈ ਜੇ। ਤੇ ਪੰਜਾਬੀ ਜਿਹੜੀ ਹੈ ਨਾ ਸਾਡੀ ਬੜੀ ਮਿੱਠੀ ਜ਼ੁਬਾਨ ਹੈ। ਇਹਦੇ 'ਚ ਜਿਹੜਾ ਨਾ ਮੈਂ ਵੀ ਤੁਹਾਨੂੰ ਇੱਕ ਸ਼ੇਰ ਉਹਦੇ ਮੌਕੇ ਦੀ ਮੁਨਾਸਬਤ ਨਾਲ ਸੁਣਾ ਦੇਣਾ ਜਿਹੜਾ ਉਮਰ ਹੀ ਸੁਣਾਉਂਦਾ ਹੁੰਦਾ ਸੀ। ਗਈ ਜਵਾਨੀ ਆਇਆ ਬੁਢਾਪਾ ਤੇ ਜਾਗ ਪੀਆਂ ਕੇ ਪੀਣਾ ਹੁਣ ਕਿਸ ਕੰਮ ਮੁਹੰਮਦ ਬਖਸ਼ਾ ਇੰਜ ਜਵੈਨ ਹੜੀੜਾ। सियाली साहब आपने फरमाया था कि ये पेड इंटरव्यू है, तो अब मैं यही शेर जो आपकी नज़र, अब तो कोई साहब नकदी से मेरी हम दिल जोई करे, बहुत हो चुकी मरहबा आफरी वाह वाह। ਵਾਹ ਜੀ ਵਾਹ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। थैंक यू सर।